इस वेले असीं ਸਿੰਘੂ ਬਾਰਡਰ किसान मोर्चे ਵਿੱਚ खड़े हुए हाँ। ट्राली पिंड जिथे वसिया होया काफ़ी अफवाहां कई तरह ਦੀਆਂ ਗੱਲਾਂ ਜਿਹੜੀਆਂ ਨੇ ਉਹ ਮੀਡੀਆ ਦੇ ਵਿੱਚ ਲਗਾਤਾਰ ਚੱਲ ਰਹੀਆਂ ਨੇ, ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਖਾਸ ਕਰਕੇ ਗੱਲ ਕਹੀਏ। ਪਰ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਉਹ ਵੀ ਵਿਖਾਉਣ ਵਾਲਾ ਹੈ। ਟਰਾਲੀ ਪਿੰਡ ਦੇ ਵਿੱਚ ਬੀਤੇ ਕੱਲ ਜੋ ਲਾਲ ਕਿਲੇ ਤੇ ਘਟਨਾ ਵਾਪਰੀ ਉਸ ਨੂੰ ਲੈ ਕੇ ਇੱਕ ਸਰਵਾਈਵ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ। ਕਿਸਾਨ ਆਗੂ ਜਿਹੜੇ ਨੇ ਉਹ ਸਾਫ਼ ਕਰ ਚੁੱਕੇ ਨੇ ਕਿ ਜੋ ਲਾਲ ਕਿਲੇ ਤੇ ਘਟਨਾ ਵਾਪਰੀ ਉਸ ਦੇ ਨਾਲ ਕਿਸਾਨ ਜਥੇਬੰਦੀਆਂ ਦਾ ਕਿਸਾਨਾਂ ਦਾ ਕੋਈ ਸੰਬੰਧ ਨਹੀਂ ਹੈ ਤੇ किसान अपने रूट ते गए तो उस तरह आ गए ज़्यादातर किसान। तो दूजी गल हुण की है, हुण सब तो वड्डी जो चुनौती है वो चुनौती है कि इस पूरे जो डैमेज नूं किवें कंट्रोल किया जाए, किवें दोबारा कोई मोढिਆਂ ते रख के ना चला जाए तो जिसका नुकसान किसानी इस किसान मोर्चे नूं उठाउणा पवे। तो इस दे लई ये नौजवान ग्रुप जो तुसीं मेरे पिछे वेख रहे हो, इन्हां नौजवानों का एक वड्डा ग्रुप जो करीब 65 नौजवानों का ग्रुप है, ये सामने आया है। सवेरे ਵੱਡੇ तड़के तो लैके ये नौजवान ट्राली जाके एक किसान नूं जागरूक कर रहे हैं कि इस किसान मोर्चे का मिशन कितना वड्डा है, इतिहासक महत्ता की है, इस दे विचों किवें सफलता प्राप्त करनी है, किवें दोबारा अजिहे ढंग नाल इत्थे विचरना है कि किसानां दे मोढे ते धर के कोई होर दोबारा ना चला सके, जिस दे नाल माहौल ਜਿਹੜਾ ਦੁਬਾਰਾ ਵਿਗੜੇ, ਬਲਕਿ ਇਸ ਦੇ ਸਥਿਤੀ ਚੋਂ ਨਿਕਲ ਕੇ ਕਿਵੇਂ ਇਸ ਮੋਰਚੇ ਨੂੰ ਸਫਲ ਬਣਾਉਣਾ ਹੈ ਉਸ 'ਤੇ ਕੰਮ ਕਰ ਰਹੇ ਨੇ। ਸਾਨੂੰ ਮਿਲੇ ਨੇ ਜਦੋਂ ਮੁਹਿੰਮ ਚਲਾ ਰਹੇ ਸੀ। ਕੀ ਨਾਮ ਹੈ ਜੀ ਤੁਹਾਡਾ, ਕੀ ਡੈਜਿਗਨੇਸ਼ਨ ਹੈ, ਕਿਵੇਂ ਇਹ ਗਰੁੱਪ ਬਣਾਇਆ, ਪਹਿਲਾਂ ਇਸ ਬਾਰੇ ਜਾਣਕਾਰੀ ਦਿਓ। ਪ੍ਰਭਜੋਤ ਸਿੰਘ ਧੱਗਾ, ਸਹਾਇਕ ਪ੍ਰੋਫੈਸਰ ਖਾਲਸਾ ਕਾਲਜ ਪਟਿਆਲਾ ਜੀ। ਇਹ ਕੀ ਹੈ ਪੂਰਾ ਮਿਸ਼ਨ, ਕੀ ਹੈ, ਕਿੰਨੇ ਬੰਦੇ ਹੋ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਔਰ ਕੀ ਕਰ ਰਹੇ ਹੋ, ਇਹਦੇ ਬਾਰੇ ਦਰਸ਼ਕਾਂ ਨੂੰ ਪਹਿਲਾਂ ਥੋੜੀ ਡਿਟੇਲ ਦਿਓ। ਅਸੀਂ ਜਦੋਂ ਦਾ ਦਿੱਲੀ ਮੋਰਚਾ ਲੱਗਣ ਤੋਂ ਪਹਿਲਾਂ ਤੋਂ ਹੀ ਅਸੀਂ ਇਹ ਸਾਰੇ ਕਿਸਾਨ ਅੰਦੋਲਨ ਦਾ ਹਿੱਸਾ ਹੈਗੇ ਆ। ਟੋਲਸ ਦੇ ਉੱਤੇ, ਪੰਪਸ ਦੇ ਉੱਤੇ, ਰੇਲਵੇ ਟਰੈਕਸ ਦੇ ਉੱਤੇ ਅਸੀਂ ਲਗਾਤਾਰ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਨਾਲ ਆਪਣੇ ਪਿੰਡ ਦੇ ਜਥੇ ਲੈ ਕੇ ਜਾ ਰਹੇ ਸੀਗੇ। ਤੇ ਹੁਣ ਵੀ ਜਦੋਂ ਦਾ ਦਿੱਲੀ ਮੋਰਚਾ ਲੱਗਾ ਅਸੀਂ ਗਾਹੇ ਬਗਾਏ ਕਦੇ 2 ਦਿਨਾਂ ਲਈ ਕਦੇ 4 ਦਿਨਾਂ ਲਈ ਇਦਾਂ ਇਸ ਅੰਦੋਲਨ ਦੇ ਵਿੱਚ ਆ ਰਹੇ ਹਾਂ, ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਲਗਾਤਾਰ। ਔਰ ਜਿੰਨੀ ਜਿਹੜੀ ਸਾਡੇ ਨਾਲ ਜਿਹੜਾ ਪੜ੍ਹਿਆ ਲਿਖਿਆ ਯੂਥ ਆ, ਖਾਸ ਤੌਰ ਤੇ ਜਿਹੜਾ ਅਸੀਂ 60-65 ਮੁੰਡਿਆਂ ਦਾ ਜਥਾ ਜਿਹੜਾ ਸਾਡਾ ਪੜ੍ਹਿਆ ਲਿਖਿਆ ਯੂਥ ਹੈ, ਜਾਂ ਪੜ੍ਹਨ ਵਾਲੇ ਆ ਜਾਂ ਪੜ੍ਹਾਉਣ ਵਾਲੇ ਜਾਂ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਕਰਨ ਵਾਲੇ ਹੈਗੇ ਆ, ਉਹ ਕਾਨੂੰਨਾਂ ਨੂੰ ਬਖੂਬੀ ਸਮਝਦੇ ਆ। ਜਿਹੜੇ ਸਾਡੇ ਨਾਲ ਸਾਡੇ ਪਿੰਡਾਂ ਦੇ ਕਿਸਾਨ ਆ, ਸਾਡੇ ਇਲਾਕੇ ਦੇ ਕਿਸਾਨ ਆ, ਦਿੱਲੀ ਵਿੱਚ ਜਦੋਂ ਅਸੀਂ ਪਹਿਲਾਂ ਵੀ ਆਏ ਤੇ ਹੁਣ ਵੀ ਜਦੋਂ ਆਏ ਆ, ਉਹਨਾਂ ਨੂੰ ਕਾਨੂੰਨਾਂ ਦੀ ਜਿਹੜੇ ਦੁਸ਼ਪ੍ਰਭਾਵ ਨੇ, ਜਿਹੜੇ ਮਾੜੇ ਪ੍ਰਭਾਵ ਆ, ਉਹ ਕਿੱਦਾਂ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣੇ ਆ, ਕਿੱਦਾਂ ਕਿਸਾਨ ਨੂੰ ਮਜ਼ਦੂਰ ਬਣਾਉਣੇ ਵਾਲੇ ਪਾਸੇ ਨੂੰ ਜਿਹੜਾ ਸਰਕਾਰ ਦਾ ਪਲਾਨ ਉਹਨੂੰ ਨੰਗਾ ਕਰ ਰਹੇ ਆ, ਲੋਕਾਂ ਦੀ ਜਿਹੜੀ ਚੇਤਨਾ ਉਹਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਕੰਮ ਕਰ ਰਹੇ ਆ। ਔਰ ਜਿਹੜਾ ਹੁਣ ਇਹ ਵਾਲਾ ਜਿਹੜਾ ਹੈਗਾ 26 ਜਨਵਰੀ ਜਿਹੜੀ ਕਿਸਾਨ ਪਰੇਡ ਸੀਗੀ, ਉਹਦੇ ਵਿੱਚ ਅਸੀਂ ਆਪਣੇ ਇਲਾਕੇ ਤੋਂ ਜਿਹੜਾ ਹੈਗਾ ਉਹ 60-65 ਨੌਜਵਾਨਾਂ ਦਾ ਜਿਹੜਾ ਜਥਾ ਜਿਹੜਾ ਹੈਗਾ ਉਹ ਇੱਥੇ ਲੈ ਕੇ ਆਏ ਹੈਗੇ ਆ। ਔਰ ਕੱਲ ਜਿਹੜਾ ਕੁਝ ਵਾਪਰਿਆ ਉਹਦੇ ਵਿੱਚ ਜਿਹੜਾ ਹੈਗਾ ਇੱਕ ਸਰਕਾਰ ਦੀ ਜਿਹੜੀ ਇੱਕ ਸਾਜ਼ਿਸ਼ ਸੀਗੀ ਇਸ ਅੰਦੋਲਨ ਨੂੰ ਤਾਰ-ਪੀੜੋ ਕਰਨ ਦੀ, ਇਹਨੂੰ ਦਫਾੜ ਕਰਨ ਦੀ, ਉਹ ਜਿਹੜੀ ਪੂਰੀ ਤਰ੍ਹਾਂ ਨਾਕਾਮ ਹੋਈ ਹੈ। ਕੱਲ ਮੌਕੇ ਤੇ ਸਾਨੂੰ ਵੀ ਇੱਕ ਵਾਰੀ ਇਦਾਂ ਲੱਗਾ ਸੀਗਾ ਯਾਰ ਵੀ ਅੰਦੋਲਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਹੁਣ ਲੋਕ ਮਤਲਬ ਥਿੜਕ ਜਾਣਗੇ ਜਾਂ ਫਟ ਜਾਣਗੇ। ਪਰ ਅੱਜ ਤੋਂ ਸਵੇਰ ਫਿਰ ਅਸੀਂ ਸਾਰੇ ਮੁੰਡਿਆਂ ਨੇ ਜਿਹੜਾ ਹੈਗਾ ਉਹਦੇ ਉੱਤੇ ਆਪਣੀ ਇੱਕ ਮੰਥਨ ਕੀਤਾ, ਉਹਦੇ ਵਿੱਚੋਂ ਅਸੀਂ ਇੱਕ ਟਾਰਗੇਟ ਲੈ ਕੇ, ਇੱਕ ਕੰਮ ਲੈ ਕੇ ਆਪਣੇ ਲਈ ਤੁਰੇ ਕਿ ਆਪਾਂ ਇਕੱਲੇ ਟਰਾਲੀ ਤੱਕ ਜਾਈਏ, ਖਾਸ ਕਰਕੇ ਹਰਿਆਣੇ ਦੇ ਕਿਸਾਨਾਂ ਤੱਕ ਜਾਈਏ, ਕਿਉਂਕਿ ਸਰਕਾਰ ਨੇ ਜਿਹੜਾ ਹੈਗਾ ਇਹਨੂੰ ਸਿੱਖ ਓਰੀਐਂਟਡ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਦੂਜਾ ਹਿੰਦੂ ਕਿਸਾਨ ਹੈ ਇਸ ਅੰਦੋਲਨ ਦੇ ਵਿੱਚੋਂ ਉਹ ਨਿਖੜ ਜਾਵੇ। ਤੇ ਇਹਦੇ ਉੱਤੇ ਅਸੀਂ ਜਿਹੜਾ ਇੱਕ ਬ੍ਰਾਂਡ ਕਰ ਦਈਏ ਕਿ ਇਹ ਸਿੱਖ ਓਰੀਐਂਟਡ ਆ। ਜਿਹੜੀ ਇਹਦੇ ਵਿੱਚ ਫਿਰਕੂ ਏਕਤਾ ਬਣੀ ਹੋਈ ਆ ਉਹਨੂੰ ਤੋੜ ਕੇ ਜਿਹੜਾ ਹੈਗਾ ਸਰਕਾਰ ਆਪਦਾ ਫਿਰਕੂ ਏਜੰਡਾ ਲਾਗੂ ਕਰ ਦੇਵੇ ਤੇ ਅੰਦੋਲਨ ਨੂੰ ਖਿਲਾਰ ਦੇਵੇ। ਫਿਰ ਜਦੋਂ ਅਸੀਂ ਹਰਿਆਣੇ ਦੇ ਕਿਸਾਨਾਂ ਕੋਲ ਗੱਲਬਾਤ ਕਰਨ ਲਈ ਗਏ ਤਾਂ ਉਹ ਲੋਕ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਸੀਗੇ ਔਰ ਉਹ ਬਿਲਕੁਲ ਇੱਕ ਐਨਾਲਿਸਿਸ ਕਰਕੇ ਬੈਠੇ ਹੋਏ ਆ। ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਉਹ ਬਿਲਕੁਲ ਸਮਝਦੇ ਆ ਪਹਿਲਾਂ ਕਿ ਸਰਕਾਰ ਦੀ ਸਾਜ਼ਿਸ਼ ਸੀਗੀ, ਉਹ ਸਾਨੂੰ ਪਾੜਨਾ ਚਾਹੁੰਦੀ ਆ। ਹਰਿਆਣਾ, ਪੰਜਾਬ ਜਾਂ ਕਿਸੇ ਵੀ ਸੂਬੇ ਦੇ ਕਿਸਾਨ ਨੇ ਜਿਹੜੇ ਉਹ ਸਾਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਬਿਲਕੁਲ ਵੀ ਥੜਕਣਗੇ ਨਹੀਂ। ਸਰਕਾਰ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨੂੰ ਨਾਕਾਮ ਕਰਕੇ ਅਸੀਂ ਜਿੰਨਾ ਚਿਰ ਤੱਕ ਇਹ ਅੰਦੋਲਨ ਚੱਲੂਗਾ, ਜਿੰਨਾ ਚਿਰ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ, ਇੱਥੇ ਡਟੇ ਰਹਿਣਗੇ। ਸੋ ਇਹ ਜਿਹੜੀ ਤੁਹਾਡੇ ਪ੍ਰਕਿਰਿਆ ਸ਼ੁਰੂ ਹੋਈ ਹੈ, ਇਹ ਗੱਲਬਾਤ ਜਿਹੜੀ ਹੈ ਜਦੋਂ ਸਟੇਜ ਤੱਕ ਪਹੁੰਚੂਗੀ, ਜਦੋਂ ਆਗੂਆਂ ਤੱਕ ਪਹੁੰਚੂਗੀ ਤਾਂ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ ਨਾ। ਤੇ ਟਰਾਲੀਆਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਹੈ? ਤੁਸੀਂ ਤੁਹਾਡੇ ਨਾਲ ਵੀ ਗੱਲ ਕਰਨੀ ਚਾਹੋਗੇ। ਟਰਾਲੀਆਂ ਵਿੱਚ ਪੂਰਾ ਗਰਮਜੋਸ਼ੀ ਵਾਲਾ ਮਾਹੌਲ ਆ, ਲੋਕ ਚੜ੍ਹਦੀ ਕਲਾ ਵਿੱਚ ਆ। ਜਿਵੇਂ ਚੜ੍ਹਦੀ ਕਲਾ ਵਿੱਚ ਉਹ ਪਹਿਲਾਂ ਇੱਥੇ ਆਏ ਸੀ, ਉਹ ਅੱਜ ਵੀ ਉਵੇਂ ਚੜ੍ਹਦੀ ਕਲਾ 'ਚ ਤੇ ਆਉਣ ਵਾਲੇ ਸਮੇਂ 'ਚ ਵੀ ਚੜ੍ਹਦੀ ਕਲਾ 'ਚ ਰਹਿਣਗੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਇੱਕ ਵਾਰੀ ਸਾਨੂੰ ਵੀ ਲੱਗਾ ਸੀ ਕਿ ਸ਼ਾਇਦ ਇਹ ਹੁਣ ਸੰਘਰਸ਼ ਆਪਣਾ ਥੋੜਾ ਕਮਜ਼ੋਰ ਹੋ ਜਾਏ, ਇਹਨੂੰ ਦੁਬਾਰਾ ਕਿੱਦਾਂ ਬਿਲਡ ਅਪ ਕੀਤਾ ਜਾਵੇ, ਉਸੇ ਟਾਰਗੇਟ ਨੂੰ ਲੈ ਕੇ ਅਸੀਂ ਗਏ ਆ। ਪਰ ਉਹ ਲੋਕ ਖੁਦ ਹੀ ਇੰਨੇ ਸਿਆਣੇ ਹੋ ਕੇ ਬੈਠੇ ਆ ਕਿ ਇਹ ਜਿਹੜਾ ਮੋਬ ਆ, ਜਿਹੜੀ ਉਹਦੇ ਵਿੱਚ ਲਹਿਰ ਚੱਲ ਰਹੀ ਆ, ਉਹ ਆਪਣੇ ਆਪ ਹੀ ਇੰਨਾ ਜ਼ਿਆਦਾ ਅਵੇਅਰ ਆ ਕਿ ਉਹਨਾਂ ਨੂੰ ਇਹ ਸਰਕਾਰ ਦੀ ਸਾਜ਼ਿਸ਼ ਨਾਲ ਕੋਈ ਫਰਕ ਨਹੀਂ ਪਿਆ। ਉਹ ਅਜੇ ਵੀ ਇਕੱਠੇ ਹੋ ਕੇ ਬੈਠੇ ਆ ਤੇ ਉਵੇਂ ਹੀ ਚੜ੍ਹਦੀ ਕਲਾ ਵਿੱਚ ਉਹੀ ਨਾਰੇ ਲਾਉਂਦੇ ਆ ਕਿਸਾਨੀ ਜਿੰਦਾਬਾਦ ਦੇ, ਏਕਤਾ ਜਿੰਦਾਬਾਦ ਦੇ। ਤੇ ਉਹਨਾਂ ਦੇ ਅਕੋਰਡਿੰਗ ਉਹ ਕਹਿੰਦੇ ਇਹ ਏਕਾ ਕਾਇਮ ਸੀ ਤੇ ਕਾਇਮ ਰਹੂਗਾ ਜਦੋਂ ਤੱਕ ਇਹ ਸਾਡੇ ਤਿੰਨੇ ਕਾਨੂੰਨ ਵਾਪਸ ਨਹੀਂ ਹੁੰਦੇ। ਤੁਸੀਂ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਦਾ ਮਾਹੌਲ ਦੇਖਿਆ? ਤੁਸੀਂ ਵੀ ਇੱਕ ਗਰੁੱਪ ਨੂੰ ਲੀਡ ਕਰ ਰਹੇ ਹੋ ਹਨਾ, ਤੇ ਜੋ ਟਰਾਲੀਆਂ 'ਚ ਗਏ ਹੋ ਤਾਂ ਸਵੇਰੇ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਸ਼ਾਮ ਤੱਕ ਕੀ ਹੋਇਆ?
ਅਸਲ ਦੀ ਕੱਲ ਜੋ ਸਾਰਾ ਘਟਨਾਕ੍ਰਮ ਵਾਪਰਿਆ ਕੱਲ ਤੇ ਸ਼ਾਮ ਨੂੰ ਲੋਕਾਂ ਨੇ ਇੱਕ ਵਾਰੀ ਵਾਪਸ ਜਾਣ ਦਾ ਪਲਾਨ ਬਣਾ ਲਿਆ ਸੀਗਾ। ਉਹਦੇ ਵਿੱਚੋਂ ਕੁਝ ਟਰੈਕਟਰ ਗਏ ਵੀ ਨੇ ਕੱਲ ਰਾਤ ਭਰ ਟਰੈਕਟਰ ਜਿਹੜੇ ਗਏ ਨੇ। ਅਸਲ ਦੇ ਵਿੱਚ ਕੀ ਸੀਗਾ, ਉਹ 26 ਜਨਵਰੀ ਦੀ ਪਰੇਡ 'ਚ ਸ਼ਾਮਲ ਹੋਣ ਲਈ ਆਏ ਸੀਗੇ। ਪਰੇਡ 'ਚ ਸ਼ਾਮਲ ਹੋਏ, ਬਹੁਤ ਸੋਹਣੀ ਪਰੇਡ ਹੋਈ, ਠੀਕ ਹੈ। ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਜੇ ਕੱਲ ਵਾਲਾ ਉਹ ਲਾਲ ਕਿਲੇ ਵਾਲਾ ਘਟਨਾਕ੍ਰਮ ਨਾ ਵੀ ਹੁੰਦਾ ਤਾਂ ਵੀ ਉਹਨਾਂ ਟਰੈਕਟਰਸ ਨੇ ਵਾਪਸ ਜਾਣਾ ਹੀ ਸੀ, ਕਿਉਂਕਿ ਇੰਨੀ ਲੱਖਾਂ ਟਰੈਕਟਰ ਆਇਆ ਸੀਗਾ ਤੇ ਸੜਕ ਦੇ ਉੱਤੇ ਇੰਨੀ ਸਪੇਸ ਨਹੀਂ ਸੀਗੀ, ਤਾਂ ਉਹਨਾਂ ਨੇ ਵੈਸੇ ਵੀ ਵਾਪਸ ਜਾਣਾ ਸੀ। ਹਾਂਜੀ, ਉਹ ਸ਼ਾਮਲ ਹੋਣ ਲਈ ਆਇਆ ਸੀ ਤੇ ਉਹਨਾਂ ਨੇ ਆਪਦਾ ਟਾਰਗੇਟ ਪੂਰਾ ਕਰ ਲਿਆ ਸੀ ਤੇ ਟਾਰਗੇਟ ਪੂਰਾ ਕਰਕੇ ਉਹ ਵਾਪਸ ਚਲਾ ਗਿਆ। ਤੇ ਉਹਦੇ ਵਿੱਚ ਚਲੋ ਇੱਕ ਇਹ ਸੀਗਾ ਵੀ ਲੋਕਾਂ ਦੇ ਵਿੱਚ ਇਹ ਚੀਜ਼ ਦਾ ਮੈਸੇਜ ਨਾ ਜਾਵੇ ਵੀ ਇੱਥੋਂ ਜਿਹੜਾ ਅੰਦੋਲਨ ਆ ਉਹ ਵੀ ਲੋਕ ਜਾ ਰਹੇ ਨੇ। ਇਦਾਂ ਦਾ ਕੁਝ ਨਹੀਂ ਸੀਗਾ, ਕਿਉਂਕਿ ਅਸੀਂ ਜਿੱਦਾਂ ਦਾ ਟਰਾਲੀਆਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਆ ਤੇ ਉਹਦੇ ਵਿੱਚ ਲੋਕੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਸਰਕਾਰ ਨੇ ਮਤਲਬ ਸਰਕਾਰ ਦੇ ਜਿਹੜੀਆਂ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਜਿਹੜੀ ਨੀਤੀ ਘੜੀ ਸੀਗੀ ਉਹ ਉਸ ਨੂੰ ਚੰਗੀ ਤਰ੍ਹਾਂ ਮਤਲਬ ਵੀ ਉਹ ਸਮਝਦੇ ਨੇ, ਠੀਕ ਹੈ। ਤੇ ਉਹ ਸਰਕਾਰ ਇਸ ਵਿੱਚ ਨੰਗੀ ਚਿੱਟੀ ਹੋਈ ਹੈ ਜੀ। ਪਰ ਸਮਝਾਉਣਾ ਤਾਂ ਪੈ ਰਿਹਾ ਕਿਤੇ ਨਾ ਕਿਤੇ, ਹੈ ਨਾ, ਜਦੋਂ ਫੇਰ ਹੀ ਇਸੇ ਕਰਕੇ ਇਹ ਮੁਹਿੰਮ ਛੇੜਨੀ ਪਈ ਹੈ। ਤੁਹਾਨੂੰ ਕੀ ਲੱਗਿਆ ਜਦੋਂ ਟਰਾਲੀਆਂ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਤੇ ਤੁਹਾਡੀ ਗੱਲ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ? ਉਸ ਤੋਂ ਬਾਅਦ ਤੁਹਾਡੀ ਗੱਲ ਸੁਣ ਕੇ ਜੋ ਦਿਲ ਡਿੱਗੀ ਬੈਠੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਉਹਨਾਂ ਵੱਲੋਂ ਆਇਆ ਸੀ? ਨਹੀਂ, ਬਹੁਤ ਵਧੀਆ ਹੁੰਗਾਰਾ ਮਿਲਿਆ। ਜਿਵੇਂ ਪ੍ਰੋਫੈਸਰ ਨੇ ਦੱਸਿਆ ਪਹਿਲਾਂ ਕਿ ਸਾਨੂੰ ਪਹਿਲਾਂ ਸਾਰੇ ਲੋਕ ਨੈਗੇਟਿਵ ਹੋ ਜਾਂਦੇ ਹੁੰਦੇ ਜਦੋਂ ਕੁਛ ਇਦਾਂ ਦਾ ਵਾਪਰਦਾ ਹੈਗਾ। ਜਿਵੇਂ ਟੀਵੀ ਦੇ ਉੱਪਰ ਦਿਖਾਇਆ ਜਾਂਦਾ, ਸਾਨੂੰ ਫੋਨ ਆਉਣੇ ਸ਼ੁਰੂ ਹੋਏ ਪਿੰਡਾਂ ਤੋਂ ਕਿ ਵੀ ਇਦਾਂ ਦਾ ਕੁਝ ਹੋ ਗਿਆ, ਉੱਥੇ ਗੋਲੀ ਚੱਲੀ ਹੈ ਜਾਂ ਕੁਝ ਵੀ ਹੋਇਆ। ਤੇ ਪਰ ਜਿਹੜੀ ਅਸਲੀ ਰਿਐਲਿਟੀ ਉਹ ਗਰਾਊਂਡ ਲੈਵਲ ਤੇ ਪਤਾ ਲੱਗਦੀ ਹੈ। ਤੇ ਅਸੀਂ ਇਹ ਪਹਿਲਾਂ ਸੋਚਿਆ ਸੀਗਾ ਵੀ ਅਸੀਂ ਇਦਾਂ ਕਰਾਂਗੇ, ਇਹ ਚੀਜ਼ ਨੂੰ ਲੋਕਾਂ ਤੱਕ ਜਾਵਾਂਗੇ ਤੇ ਤਾਂ ਹੀ ਪਤਾ ਲੱਗੂਗਾ ਵੀ ਲੋਕ ਅਸਲ ਸੋਚਦੇ ਕੀ ਨੇਗੇ, ਕਿਉਂਕਿ ਸਾਰੇ ਲੋਕ ਜਿਹੜੇ ਉਹ ਪਰੇਡ ਦੇ ਵਿੱਚ ਸ਼ਾਮਲ ਨਹੀਂ ਹੋ ਪਾਏ ਹੈਗੇ। ਬਹੁਤ ਸਾਰੇ ਲੋਕ ਨੇ ਉਹ ਜਾਮ ਦੇ ਵਿੱਚ ਹੀ ਫਸੇ ਰਹਿ ਗਏ ਤੇ ਬੇਸ਼ੱਕ ਪਰੇਡ ਜਿਹੜੀ ਸਫਲ ਵੀ ਰਹੀ ਹੈ, ਪਰ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਜਿਹੜੇ ਇਸ ਗੱਲ ਦੀ ਨਿਰਾਸ਼ਾ ਸੀ ਕਿ ਉਹ ਪਰੇਡ ਦੇ ਵਿੱਚ ਸ਼ਾਮਲ ਨਹੀਂ ਹੋ ਪਾਏ। ਬਹੁਤ ਸਾਰਾ ਇਕੱਠ ਜਿਹੜਾ ਪਿੱਛੇ ਰਹਿ ਗਿਆ ਸੀਗਾ। ਇਹਦੇ ਵਿੱਚ ਮੈਂ ਇੱਕ ਛੋਟਾ ਜਿਹਾ ਸੁਝਾਅ ਵੀ ਰੱਖਣਾ ਚਾਹੁੰਦਾ। ਖਾਮੀਆਂ, ਪਹਿਲਾਂ ਮੈਂ ਖਾਮੀਆਂ ਦੀ ਗੱਲ ਕਰੂੰਗਾ ਵੀ ਤੁਹਾਨੂੰ ਕੀ ਲੱਗਦਾ ਵੀ ਖਾਮੀਆਂ ਕੀ ਰਹੀਆਂ ਹੁਣ ਤੱਕ, ਯਾਨੀ ਜਿਹਦੇ ਕਰਕੇ ਕੋਈ ਹੋਰ ਮੋਢਿਆਂ ਦੇ ਧਰ ਕੇ ਚਲਾ ਗਿਆ ਕਿਸਾਨ ਆਗੂਆਂ ਦੇ ਜਾਂ ਕਿਸਾਨੀ ਅੰਦੋਲਨ ਦੇ ਮੋਢਿਆਂ ਦੇ ਧਰ ਕੇ ਕੋਈ ਹੋਰ ਚਲਾ ਗਿਆ ਤੇ ਬਦਨਾਮ ਕਿਸਾਨ ਅੰਦੋਲਨ ਹੋਇਆ, ਤੇ ਉਹ ਖਾਮੀਆਂ ਕਿੱਥੇ ਰਹਿ ਗਈਆਂ? ਕੀ ਖਾਮੀਆਂ ਸੀ? ਜਿੱਥੇ ਤੱਕ ਮੈਨੂੰ ਲੱਗਦਾ ਕਿ ਤਾਲਮੇਲ ਬਿਠਾਉਣ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਮੀ ਰਹੀ ਹੈਗੀ ਹੈ। ਜਥੇਬੰਦੀਆਂ ਨੇ ਜਥੇਬੰਦੀ ਜਿਹੜੇ ਆਗੂ ਨੇਗੇ ਬਹੁਤ ਸਿਆਣੀ ਲੀਡਰਸ਼ਿਪ ਹੈਗੀ ਹੈ, ਪਰ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਜਿਹੜਾ ਘਾਟਾ ਮੈਂ ਇਸ ਚੀਜ਼ ਨੂੰ ਮਹਿਸੂਸ ਕਰਦਾ ਕਿ ਤਾਲਮੇਲ ਨਹੀਂ ਬਿਠਾ ਪਈ। ਐਂਡ ਵਾਲੀ ਟਰਾਲੀ ਤੱਕ ਜਿਹੜਾ ਸਾਡਾ ਮੈਸੇਜ, ਜਿਹੜਾ ਪ੍ਰੋਪਰ ਮੈਸੇਜ ਜਿਹੜਾ ਸਾਡਾ ਸਟੇਜ ਤੋਂ ਜਾਂਦਾ ਹੈਗਾ ਉਹ ਜਾਣਾ ਚਾਹੀਦਾ ਹੈਗਾ ਉੱਥੇ, ਠੀਕ ਹੈ। ਉਹ ਨਹੀਂ ਪਹੁੰਚਿਆ ਸੀਗਾ, ਇਸੇ ਕਰਕੇ ਜਿਹੜਾ ਮਤਲਬ ਕਿ ਪਿੱਛੋਂ ਨਿਰਾਸ਼ਾ ਉਹਨਾਂ ਦਾ ਕਹਿਣਾ ਸੀ ਕਿਸਾਨਾਂ ਦਾ। ਹਾਂਜੀ, ਬਿਲਕੁਲ ਇਹ ਗੱਲ ਹੈਗੀ ਹੈ ਤੇ ਅਸੀਂ ਮਹਿਸੂਸ ਕਰਦੇ ਹਾਂ ਇਸ ਗੱਲ ਨੂੰ ਕਿ ਉਹ ਗੱਲ ਸਹੀ ਹੈਗੀ ਹੈ। ਤੇ ਜੇ ਮੈਸੇਜ ਜਿਹੜਾ ਸਹੀ ਤਰੀਕੇ ਨਾਲ ਜਾਵੇ ਤਾਂ ਫਿਰ ਮਤਲਬ ਕਿ ਕੋਈ ਪ੍ਰੋਬਲਮ ਹੀ ਨਹੀਂ ਆਊਗੀ। ਜੇ ਕੋਈ ਅਗਲੀ ਕਾਲ ਆਉਂਦੀ ਹੈ ਤਾਂ ਹੀ ਬਹੁਤ ਵਧੀਆ ਤਰੀਕੇ ਨਾਲ ਨਿਬੇੜੀ ਜਾ ਸਕਦੀ ਹੈ ਗੱਲ। ਇਹਦੇ ਚ ਮੈਂ ਇੱਕ ਹੋਰ ਸੁਝਾਅ ਦੇ ਸਕਦਾ ਕਿ ਜਿਵੇਂ ਸਪੀਕਰਾਂ ਦੀ ਤੁਸੀਂ ਗੱਲ ਦੇਖਦੇ ਹੋ, ਸਪੀਕਰ ਨੇ ਬਹੁਤ ਸੁਝਾਅ ਦੀ ਵੀ ਗੱਲ ਕਰਾਂਗੇ, ਪਰ ਖਾਮੀਆਂ ਹੋਰ ਕਿਹੜੀਆਂ ਖਾਮੀਆਂ ਸਾਹਮਣੇ ਨੇ? ਤੁਸੀਂ ਸਾਰੀ ਕੰਪੇਨ ਦੇ ਵਿੱਚ ਗਏ ਹੋ, ਤੁਹਾਡੇ ਨਾਲ ਵੀ ਗੱਲ ਕਰ ਲੈਂਦੇ ਆ। ਪ੍ਰੋਫੈਸਰ ਸਾਹਿਬ, ਹੋਰ ਕਿਹੜੀਆਂ ਖਾਮੀਆਂ ਸਾਹਮਣੇ ਆਈਆਂ ਨੇ ਜਦੋਂ ਤੁਸੀਂ ਟਰਾਲੀਆਂ ਦੇ ਵਿੱਚ ਗਏ ਹੋ? ਤੁਹਾਨੂੰ ਲੱਗਿਆ ਵੀ ਆਹ ਚੀਜ਼ਾਂ ਜੇ ਪਹਿਲਾਂ ਹੋ ਜਾਂਦੀਆਂ ਸ਼ਾਇਦ ਉਹ ਟਾਈਮ ਨਾ ਦੇਖਣਾ ਪੈਂਦਾ ਜੋ ਲਾਲ ਕਿਲੇ ਤੇ ਹੋਇਆ? ਅਸਲ ਦੇ ਵਿੱਚ ਕੀ ਆ ਕਿ ਜਿਹੜਾ ਜਿਹਨੇ ਕਮਿਊਨੀਕੇਸ਼ਨ ਗੈਪ ਦੀ ਗੱਲ ਕੀਤੀ, ਉਹ ਜਿਹੜਾ ਇਹਨਾਂ ਨੇ ਰੂਟ ਮੈਪ ਬਣਾਇਆ, ਜਿਵੇਂ ਆਪਾਂ ਕਹਿੰਦੇ 17 ਤਰੀਕ ਨੂੰ ਬਣਿਆ ਸੀਗਾ, ਉਹਦੇ ਵਿੱਚ ਚਲੋ ਕੁਝ ਤਬਦੀਲੀਆਂ ਵਾਪਰ ਗਈਆਂ। ਜਿਹੜਾ ਰੂਟ ਮੈਪ ਆ ਵੀ ਆਪਾਂ ਕਿੱਥੋਂ ਤੁਰਨਾ, ਕਿੱਥੇ ਜਾਣਾ, ਕਿੱਥੋਂ ਤੱਕ ਜਾਣਾ ਤੇ ਕਿਵੇਂ ਜਾਣਾ, ਉਹ ਘੱਟੋ ਘੱਟ 4-5 ਦਿਨ ਪਹਿਲਾਂ ਬਣ ਜਾਣਾ ਚਾਹੀਦਾ। ਜਾਣ ਤੋਂ 26 ਤੱਕ ਦਾ ਬਹੁਤ ਸਮਾਂ ਸੀ, ਬਣ ਜਾਣਾ ਚਾਹੀਦਾ ਸੀਗਾ ਤੇ ਉਹ ਕਮਿਊਨੀਕੇਟ ਹੋ ਜਾਣਾ ਚਾਹੀਦਾ ਸੀਗਾ। ਇੱਕ ਤਾਂ ਖਾਮੀ ਇਹ ਰਹੀ ਕਿ ਉਹਨੂੰ ਫਾਈਨਲ ਕਰਨ ਦੇ ਵਿੱਚ ਬਹੁਤ ਲੇਟ ਹੋ ਗਏ। ਲਾਸਟ ਮੂਮੈਂਟ ਤੱਕ ਕਿਸਾਨਾਂ ਨੂੰ ਇਹ ਨਹੀਂ ਪਤਾ ਸੀ ਵੀ ਕਿੱਥੇ ਜਾਣਾ। 25 ਤਰੀਕ ਦੀ ਰਾਤ ਤੱਕ ਇਹ ਕਲੀਅਰ ਹੀ ਨਹੀਂ ਸੀਗਾ, ਰਾਤ ਦੇ 10 ਵਜੇ ਤੱਕ ਵੀ ਕਿੱਥੇ ਜਾਣਾ। ਇਹ ਬੜੀ ਵੱਡੀ ਖਾਮੀ ਰਹੀ ਆ। ਔਰ ਅਸੀਂ ਚਾਹੁੰਦੇ ਆ ਕਿ ਜਿਵੇਂ ਹੁਣ ਅੱਗੇ 1 ਫਰਵਰੀ ਦੀ ਕਾਲ ਹੈਗੀ ਆ, ਇੱਕ ਤਾਂ ਸੁਝਾਅ ਸਾਡਾ ਇਹ ਆ ਵੀ ਇਹ ਸਮੇਂ ਦੀ ਨਜ਼ਾਕਤ, ਮੈਂ ਪਹਿਲਾਂ ਵੀ ਕਿਹਾ, ਔਰ ਲੋਕਾਂ ਦੀ ਨਬਜ਼ ਨੂੰ ਸਮਝਦਿਆਂ ਹੋਇਆਂ ਕਿ ਲੋਕ ਕਿੱਦਾਂ ਦਾ ਐਕਸ਼ਨ ਚਾਹੁੰਦੇ ਆ, ਕਿਉਂਕਿ ਅਸੀਂ ਜਿੱਤ ਵੱਲ ਨੂੰ ਵਧਣਾ ਰਹਿਣਾ, ਅਸੀਂ ਡੈਮੋਕ੍ਰੈਟਿਕ ਜਿਹੜਾ ਉਹ ਜ਼ਾਬਤੇ ਦੇ ਵਿੱਚ ਰਹਿ ਕੇ ਲੜਾਈ ਲੜਨੀ ਆ, ਪਰ ਅਸੀਂ ਜਿਹੜਾ ਹੈਗਾ ਉਹ ਸਮੇਂ ਦੀ ਨਜ਼ਾਕਤ ਤੇ ਲੋਕਾਂ ਦੀ ਸਮਝ ਨੂੰ ਜਿਹੜਾ ਲੋਕਾਂ ਦੀ ਨਬਜ਼ ਨੂੰ ਫੜਦਿਆਂ ਹੋਇਆਂ ਅਸੀਂ ਜਿਹੜਾ ਕਿ ਇਦਾਂ ਦਾ ਕਾਲ ਦੇਣ ਜਥੇਬੰਦੀਆਂ ਜਿਹੜੀਆਂ ਸਾਨੂੰ ਜਿੱਤ ਵਾਲੇ ਪਾਸੇ ਨੂੰ ਲੈ ਕੇ ਜਾਣ। ਸਭ ਤੋਂ ਵੱਡੀ ਜਿਵੇਂ ਵਿਸ਼ੇਸ਼ਤਾ ਇਸ ਅੰਦੋਲਨ ਦੀ ਤਾਕਤ ਹੀ ਇਹ ਰਹੀ ਹੈ ਕਿ ਸਬਰ ਤੇ ਸ਼ਾਂਤੀ। ਇਸੇ ਤੇ ਸਰਕਾਰਾਂ ਕਿਤੇ ਨਾ ਕਿਤੇ ਘਬਰਾਈਆਂ ਹੋਈਆਂ ਨੇ ਕਿ ਸਬਰ ਤੇ ਸ਼ਾਂਤੀ ਭੰਗ ਹੋਵੇ ਤੇ ਫਿਰ ਸਭ ਕੁਝ ਸਰਕਾਰ ਕਰ ਸਕਦੀ ਹੁੰਦੀ ਹੈ, ਤੇ ਇਹਨੂੰ ਬਣਾਈ ਰੱਖਣ ਦੇ ਲਈ, ਹੈ ਨਾ। ਤੇ ਦੂਸਰਾ, ਅੱਗੇ ਨੂੰ ਇਸ ਤਰ੍ਹਾਂ ਦੀ ਸਥਿਤੀ ਨਾ ਆਵੇ। ਕੋਈ ਸੁਝਾਅ ਜਿਹੜੇ ਨੇ ਉਹ ਤੁਸੀਂ ਅੱਗੇ ਰੱਖੋ। ਕੋਈ ਹੁਣ ਤੱਕ ਦੇ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਮਿਲੇ ਹੋ, ਕੋਈ ਸੁਝਾਅ ਇਸ ਤਰ੍ਹਾਂ ਦੇ ਤੁਹਾਡੇ ਦਿਮਾਗ 'ਚ ਆਏ ਨੇ ਜਿਹੜੇ ਉਹਨਾਂ ਨੂੰ ਜਾਣੇ ਚਾਹੀਦੇ ਨੇ? ਅਸੀਂ ਮਤਲਬ ਇੱਕ ਤਾਂ ਇਹ ਜਾਬਤਾ, ਜੋਸ਼ ਤੇ ਸਹਿਣਸ਼ੀਲਤਾ ਇਸ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ, ਉਹ ਇਹਦੀ ਸਭ ਤੋਂ ਵੱਡੀ ਖੂਬੀ ਆ। ਜਾਬਤਾ ਹੀ ਭੰਗ ਹੋਇਆ ਤੇ ਉਹਦਾ ਸਾਨੂੰ ਥੋੜਾ ਜਿਹਾ ਨੁਕਸਾਨ ਜਿਹੜਾ ਉਹ ਝੱਲਣਾ ਪਿਆ, ਪਰ ਸਰਕਾਰ ਨੇ ਉਹ ਪਲਾਨ ਕੀਤਾ ਪਰ ਉਹ ਫੇਲ ਹੋ ਗਿਆ। ਲੋਕਾਂ ਦੇ ਉਹਦਾ ਕੋਈ ਦੁਸ਼ਪ੍ਰਭਾਵ ਉਸ ਲੈਵਲ ਤੱਕ ਤਾਂ ਨਹੀਂ ਪਿਆ। ਜਦੋਂ ਅਸੀਂ ਸੰਘਰਸ਼ ਦੇ ਮੈਦਾਨ 'ਚ ਹੁੰਨੇ ਆ ਉਦੋਂ ਫਿਰ ਕਿਤੇ ਨਾ ਕਿਤੇ ਕੁਝ ਨਾ ਕੁਝ ਘਾਟਾਂ ਕਮਜ਼ੋਰੀਆਂ ਰਹਿ ਜਾਂਦੀਆਂ। ਇਤਿਹਾਸਕ ਅੰਦੋਲਨ ਦੇ ਵਿੱਚ ਸੁਭਾਵਿਕ ਹੈ, ਕਿਉਂਕਿ ਬਹੁਤ ਵੱਡਾ ਅੰਦੋਲਨ ਹੈ, ਦੇਸ਼ ਵਿਆਪੀ ਅੰਦੋਲਨ ਹੈ, ਅੰਤਰਰਾਸ਼ਟਰੀ ਪ੍ਰਭਾਵ ਵਾਲਾ ਅੰਦੋਲਨ, ਉਹਦੇ 'ਚ ਇਦਾਂ ਦੀਆਂ ਖਾਮੀਆਂ ਕੁਝ ਰਹਿ
ਸਕਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਵਰ ਕਰ ਲਿਆ ਜਾਊਗਾ। ਅਸੀਂ ਕਿਸਾਨ ਜਥੇਬੰਦੀਆਂ ਕੋਲ ਸਟੇਜ ਤੱਕ ਵੀ ਜਾ ਕੇ ਆਏ, ਅਸੀਂ ਉਹਨਾਂ ਨੂੰ ਕਹਿ ਕੇ ਆਏ ਕਿ ਇਦਾਂ ਦਾ ਜਿਹੜਾ ਕਮਿਊਨੀਕੇਸ਼ਨ ਦਾ ਗੈਪ ਆ, ਸੰਚਾਰ ਦਾ ਜਿਹੜਾ ਖੱਪਾ ਆ, ਇਹਨੂੰ ਦੂਰ ਕੀਤਾ ਜਾਵੇ ਕਿ ਉਹਦੇ ਦੋ ਸੁਝਾਅ ਨੇ ਕੋਈ ਜਿਹੜੇ ਵੱਡੇ ਸੁਝਾਅ ਤੁਸੀਂ ਦੇਣੇ ਚਾਹੋਗੇ ਕਿਸਾਨ ਜਥੇਬੰਦੀਆਂ ਨੂੰ, ਉਹ ਕਿਹੜੇ ਨੇ? ਦੋ ਸੁਝਾਅ ਜਿਹੜੇ ਸਾਡੇ ਮਨ ਦੇ ਵਿੱਚ ਇਹ ਆ, ਕਿ ਤਾਂ ਇਹ ਆ ਕਿ ਜਿਹੜੀ ਇਹ ਸਪੀਕਰ ਦੀ ਜਿਹੜੀ ਰੇਂਜ ਹੈਗੀ ਆ ਉਹ 2 ਕਿਲੋਮੀਟਰ ਤੱਕ ਹੀ ਆ। ਟਰਾਲੀਆਂ ਦੀ ਜਿਹੜੀ ਲਾਈਨ ਆ ਉਹ ਤਕਰੀਬਨ 15-20 ਕਿਲੋਮੀਟਰ ਪਿੱਛੇ ਤੱਕ ਹੈਗੀ ਆ। ਸਪੀਕਰ ਜਿਹੜੇ ਹੈਗੇ ਨੇ ਥੋੜੇ ਵਕਫੇ ਦੇ ਨਾਲ ਪਿਛਲੀ ਲਾਸਟ ਟਰਾਲੀ ਤੱਕ ਲੱਗਣੇ ਚਾਹੀਦੇ ਆ, ਵੀ ਜਿਹੜਾ ਇੱਕ ਸ਼ਬਦ ਇੱਥੋਂ ਬੋਲਿਆ ਜਾਂਦਾ ਹਰ ਕਿਸਾਨ ਦੇ ਕੰਨ ਤੱਕ ਪਹੁੰਚੇ, ਉਹਨਾਂ ਤੱਕ ਸਾਰੀ ਗੱਲ ਪਹੁੰਚੇ ਵੀ ਜਥੇਬੰਦੀਆਂ ਦੀ ਕੀ ਰਣਨੀਤੀ ਆ ਤੇ ਕੀ ਕਰਨਾ ਤੇ ਕੀ ਨਹੀਂ ਕਰਨਾ, ਉਹ ਲੋਕਾਂ ਤੱਕ ਪਹੁੰਚੇ ਸਾਰੀ ਗੱਲ। ਇੱਕ ਦੂਜੀ ਗੱਲ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਵੀ ਉਹ ਕੀ ਅਗਲਾ ਸਾਡਾ ਜਿਹੜਾ ਹੈਗਾ ਉਹ ਪਲਾਨ ਆ, ਕੀ ਅੱਗੇ ਕਰਨਾ, ਜਾਂ ਜਿੰਨਾ ਚਿਰ ਤੱਕ ਅਗਲੇ ਐਕਸ਼ਨ ਦੇ ਵਿਚਕਾਰਲਾ ਜਿਹੜਾ ਖੱਪਾ ਲੋਕਾਂ ਦਾ ਮਾਈਂਡ ਸੈੱਟ ਬਣਾਉਣ ਦੇ ਲਈ, ਮਾਈਂਡ ਪ੍ਰਪੇਅਰ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਨੂੰ ਪੜ੍ਹੇ ਲਿਖੇ ਨੌਜਵਾਨਾਂ ਦੀ ਇੱਕ ਵਲੰਟੀਅਰ ਟੀਮ, ਇੱਕ ਜਾਂ 2-3 ਵਲੰਟੀਅਰ ਟੀਮਸ ਬਣਾਉਣੀਆਂ ਚਾਹੀਦੀਆਂ, ਜਿਹੜੀਆਂ ਹੈਗੀਆਂ ਨੇ ਉਹ ਕੱਲੀ ਟਰਾਲੀ ਤੱਕ ਇੱਕ ਕਮਿਊਨੀਕੇਟ ਕਰਨ ਵੀ ਸਾਡਾ ਆਹ ਪਲਾਨ ਹੈਗਾ ਅੱਗੇ। ਔਰ ਉਹਦੇ ਲਈ ਅਸੀਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਕਿ ਸਾਡੇ ਨਾਲ 60-65 ਮੁੰਡਿਆਂ ਦੀ, ਨੌਜਵਾਨ ਪੜ੍ਹੇ ਲਿਖੇ ਮੁੰਡਿਆਂ ਦੀ ਟੀਮ ਆ। ਹੋਰ ਵੀ ਅਸੀਂ ਆਪਣੇ ਇਲਾਕਿਆਂ ਤੋਂ ਨੌਜਵਾਨ ਲੈ ਆਵਾਂਗੇ ਜਿੰਨੇ ਸਾਨੂੰ ਜ਼ਿੰਮੇਵਾਰੀ ਲਾਉਣਗੇ, ਔਰ ਅਸੀਂ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕ ਕੇ ਉਹਨਾਂ ਦਾ ਜੋ ਮਤਲਬ ਕਿ ਜਥੇਬੰਦੀਆਂ ਦੀ ਜੋ ਰਣਨੀਤੀ ਹੋਏਗੀ, ਜੋ ਉਹਨਾਂ ਦੇ ਪਲਾਨ ਹੋਣਗੇ, ਉਹਨੂੰ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਆਪਣੇ ਮੋਢਿਆਂ ਤੇ ਚੱਕ ਕੇ ਜ਼ਰੂਰ ਨਿਭਾਵਾਂਗੇ ਜੀ। ਅੱਛਾ, ਅੰਦੋਲਨ ਦੇ ਆਗੂਆਂ ਨਾਲ ਇਸ ਪ੍ਰਪੋਜ਼ਲ ਤੇ ਗੱਲ ਹੋਈ ਹੈ ਤੁਹਾਡੀ ਹੁਣ ਤੱਕ? ਅਸੀਂ ਸੁਝਾਅ ਦੇ ਕੇ ਆਏ ਹਾਂ ਜੀ ਉਹਨਾਂ ਨੂੰ ਇਸ ਗੱਲ ਦੇ ਉੱਤੇ ਕਿ ਇੱਕ ਤਾਂ ਸਪੀਕਰ ਜਿਹੜੇ ਹੈਗੇ ਨੇ ਉਹ ਲਵਾਓ, ਤੇ ਦੂਜਾ ਜਿਹੜੀ ਹੈਗੀ ਆ ਉਹ ਵਲੰਟੀਅਰ ਟੀਮ ਬਣਾ ਕੇ ਪ੍ਰਚਾਰ ਵਾਲੀ ਉਹ ਬਣਾਓ, ਤੇ ਉਹਦੇ ਲਈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਉਹ ਜੇ ਉਹਨਾਂ ਦਾ ਕੋਈ ਸੱਦਾ ਸਾਨੂੰ ਆਉਂਦਾ, ਸਾਨੂੰ ਜਿਹੜਾ ਉਹ ਜੀ ਆਇਆਂ ਕਹਿੰਦੇ, ਤਾਂ ਫਿਰ ਅਸੀਂ ਜ਼ਰੂਰ ਜਿਹੜਾ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਉਹਨਾਂ ਦਾ ਹੁੰਗਾਰਾ ਕੀ ਰਿਹਾ ਤੁਹਾਡੀ ਇਸ ਪ੍ਰਪੋਜ਼ਲ? ਉਹਨਾਂ ਨੇ ਕਿਹਾ ਵੀ ਥੋੜੇ ਸਮੇਂ ਤੱਕ ਸਾਡੀ ਮੀਟਿੰਗ ਹੋਣੀ ਹੈ, ਉਸ ਮੀਟਿੰਗ ਦੇ ਵਿੱਚ ਅਸੀਂ ਤੁਹਾਡੀ ਇਹ ਪ੍ਰਪੋਜ਼ਲ ਵਿਚਾਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਕੰਟੈਕਟ ਕਰ ਲਾਂਗੇ। ਇੱਕ ਬਿਲਕੁਲ ਨਵਾਂ ਜਿਹੜਾ ਆਈਡੀਆ ਸਾਹਮਣੇ ਆ ਗਿਆ ਹੈ। ਇਸ ਪੜ੍ਹੀ ਲਿਖੀ ਟੀਮ ਨੇ 65 ਮੈਂਬਰਾਂ ਦੀ ਇਹ ਪੜ੍ਹੀ ਲਿਖੀ ਟੀਮ ਹੈ ਜੋ ਲਗਾਤਾਰ ਸਵੇਰ ਤੋਂ ਲੈ ਕੇ ਇਸ ਚੀਜ਼ ਜੁਟੀ ਹੋਈ ਸੀ ਕਿ ਕਿੱਥੇ ਖਾਮੀ ਰਹੀ ਹੈ, ਉਹਨਾਂ ਖਾਮੀਆਂ ਦੀ ਤਲਾਸ਼ ਇਹਨਾਂ ਨੇ ਟਰਾਲੀ ਦਲ ਟਰਾਲੀ ਜਾ ਕੇ ਕੀਤੀ ਹੈ। ਟਰਾਲੀ ਪਿੰਡ ਜਿਹੜਾ ਉਹ 15-20 ਕਿਲੋਮੀਟਰ ਲੰਬਾ ਹੈ, ਤੇ ਜਦੋਂ ਕਿ ਸਪੀਕਰ ਜਿਹੜੇ ਨੇ ਸਭ ਤੋਂ ਵੱਡੀ ਖਾਮੀ ਜਿਹੜੀ ਪਾਈ ਹੈ, ਮੁੱਖ ਸਟੇਜ ਦੇ ਸਪੀਕਰ ਜਿਹੜੇ ਹਰ ਪਲ ਹਰ ਜਿਹੜਾ ਸ਼ਬਦ ਹੈ ਉਹ ਕਿਸਾਨਾਂ ਦੇ ਪੱਲੇ ਪੈਣਾ ਚਾਹੀਦਾ ਹੈ, ਉਹ ਸਿਰਫ 1.5-2 ਕਿਲੋਮੀਟਰ ਤੱਕ ਲੱਗੇ ਹੋਏ ਨੇ। ਸਭ ਤੋਂ ਵੱਡੀ ਖਾਮੀ ਜੋ ਸਾਹਮਣੇ ਆਈ ਹੈ ਕਿ ਤਾਲਮੇਲ ਦੀ ਕਮੀ ਹੈ, ਕਮਿਊਨੀਕੇਸ਼ਨ ਗੈਪ ਹੈ ਕਿਸਾਨਾਂ ਤੇ ਕਿਸਾਨ ਆਗੂਆਂ ਦੇ ਵਿੱਚ। ਖਾਸ ਕਰਕੇ ਮੁੱਖ ਸਟੇਜ ਤੋਂ ਜੋ ਐਲਾਨ ਹੁੰਦਾ ਉਹ ਸਿਰਫ 1.5-2 ਕਿਲੋਮੀਟਰ ਤੱਕ ਰਹਿ ਜਾਂਦਾ ਹੈ। 15-20 ਕਿਲੋਮੀਟਰ ਤੱਕ ਕੋਈ ਵੀ ਸ਼ਰਾਰਤੀ ਅਨਸਰ ਮੁੱਖ ਸਟੇਜ ਦੀ ਖਬਰ ਫੈਲਾ ਕੇ ਉੱਥੇ ਕੁਝ ਵੀ ਆਪਣਾ ਜਿਹੜਾ ਉਹ ਪ੍ਰਭਾਵ ਛੱਡ ਸਕਦਾ ਹੈ। ਦੂਸਰਾ, ਜਿਸ ਤਰ੍ਹਾਂ ਇੱਕ ਸੁਝਾਅ ਜਿਹੜਾ ਇਸ ਕਮਿਊਨੀਕੇਸ਼ਨ ਗੈਪ ਨੂੰ ਦੂਰ ਕਰਨ ਲਈ ਇਹਨਾਂ ਵੱਲੋਂ ਸੁਝਾਅ ਜਿਹੜਾ ਉਹ ਦੇ ਦਿੱਤਾ ਗਿਆ ਹੁਣ ਤੱਕ ਕਿਸਾਨ ਜਥੇਬੰਦੀਆਂ ਨੂੰ ਕਿ ਸਪੀਕਰ ਜਿਹੜੇ ਨੇ ਉਹ 1.5-2 ਕਿਲੋਮੀਟਰ ਦੀ ਥਾਂ ਜਿਹੜੇ ਨੇ ਉਹ ਪੂਰੇ 15-20 ਕਿਲੋਮੀਟਰ ਤੱਕ ਜਿੱਥੋਂ ਤੱਕ ਟਰਾਲੀ ਪਿੰਡ ਹੈ ਉੱਥੇ ਤੱਕ ਲਗਾਏ ਜਾਣ। ਅਗਲਾ ਸੁਝਾਅ ਜਿਹੜਾ ਦਿੱਤਾ ਗਿਆ ਉਹ ਇਹ ਹੈ ਕਿ ਇੱਕ ਟੀਮ ਬਣਾਈ ਜਾਵੇ, ਇੱਕ ਵੱਡੀ ਟੀਮ ਬਣਾਈ ਜਾਵੇ ਜੋ ਟਰਾਲੀ ਦਾ ਟਰਾਲੀ, ਜਿਸ ਦਾ ਮਿਸ਼ਨ ਹੀ ਇਹ ਹੋਵੇ ਕਿ ਹਰ ਟਰਾਲੀ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਉਸ ਮੁੱਖ ਸਟੇਜ ਦਾ ਸਹੀ ਤਰੀਕੇ ਨਾਲ ਪਹੁੰਚਾਉਣ ਦਾ, ਤੇ ਉਹ ਪਹੁੰਚਾਇਆ ਜਾਵੇ। ਤੇ ਉਹਨਾਂ ਦੇ ਵਾਸਤੇ ਇਹਨਾਂ ਨੇ ਆਪਣੇ ਆਪ ਨੂੰ ਵੀ ਪੇਸ਼ ਕੀਤਾ ਹੈ ਤੇ ਨਾਲ ਹੀ ਨੌਜਵਾਨ ਸ਼ਕਤੀ ਨੂੰ ਇਸ ਦੇ ਵਾਸਤੇ ਵਰਤਿਆ ਜਾ ਸਕਦਾ ਹੈ। ਔਰ ਇਸ ਵੇਲੇ ਦੱਸ ਦਈਏ ਕਿ ਕਿਸਾਨਾਂ ਦੇ ਲਈ ਸਭ ਤੋਂ ਵੱਡੀ ਸਮੱਸਿਆ ਉਹਨਾਂ ਦੀ ਤਾਕਤ ਹੀ ਬਣ ਗਈ ਹੈ। 30-35 ਸਾਲ ਤੋਂ ਕਿਸਾਨ ਅੰਦੋਲਨ ਕਿਸੇ ਨਾ ਕਿਸੇ ਰੂਪ ਚੱਲਦਾ ਰਿਹਾ ਹੈ, ਕਿਸਾਨੀ ਮੰਗਾਂ ਲਈ ਇਹ ਜਿਹੜੇ ਧਰਨੇ ਪ੍ਰਦਰਸ਼ਨ ਚੱਲਦੇ ਰਹੇ ਨੇ ਵੱਖੋ-ਵੱਖ ਮੰਗਾਂ ਦੇ ਲਈ, ਤੇ ਉਸ ਦਰਮਿਆਨ ਕਿਸਾਨ ਜਿਹੜੇ ਨੇ ਨੌਜਵਾਨ ਸ਼ਕਤੀ ਲਈ ਹੁਣ ਤੱਕ ਤਰਸਦੇ ਰਹੇ ਨੇ। ਇਹ ਪਹਿਲਾ ਅੰਦੋਲਨ ਹੈ ਜਿਹੜੇ ਵਿੱਚ ਨੌਜਵਾਨ ਸ਼ਕਤੀ ਵੱਧ ਚੜ ਕੇ ਉਹਨਾਂ ਦਾ ਸਾਥ ਦੇ ਰਹੀ ਹੈ, ਔਰ ਕਿਸਾਨ ਪਹਿਲਾਂ ਬਹੁਤ ਜ਼ਿਆਦਾ ਖੁਸ਼ ਸੀ ਇਸ ਸ਼ਕਤੀ ਤੋਂ, ਔਰ ਹੁਣ ਵੀ ਇਹ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਜੇ ਕਹਿ ਲਈਏ ਤਾਂ ਇਸ ਦਾ ਸ਼ਾਂਤੀਪੂਰਨ ਤਰੀਕਾ ਤੇ ਨੌਜਵਾਨ ਜੋਸ਼ ਇਹ ਇਸ ਨੂੰ ਸਭ ਤੋਂ ਵੱਧ ਸਫਲਤਾ ਵੱਲ ਲਿਜਾ ਰਿਹਾ ਹੈ। ਪਰ ਬੀਤੇ ਕੱਲ ਜੋ ਹੋਇਆ ਉਹ ਜੋਸ਼ ਦਾ ਕਿਤੇ ਨਾ ਕਿਤੇ ਹੋਸ਼ ਦੇ ਵਿੱਚ ਤਬਦੀਲ ਕਰਨ 'ਚ ਜਿਹੜੇ ਨੇ ਉਹ ਫੇਲ ਰਹੇ, ਜਿਸ ਦਾ ਇਵਜ਼ਾਨਾ ਜਿਹੜਾ ਉਹ ਭੁਗਤਣਾ ਪਿਆ। ਤੇ ਜੇਕਰ ਇਹਨਾਂ ਨੌਜਵਾਨਾਂ ਦੀ ਪ੍ਰਪੋਜ਼ਲ ਤੇ ਗੌਰ ਕੀਤੀ ਜਾਂਦੀ ਹੈ ਤਾਂ ਇਹਦੇ ਨਾਲ ਕਿਸਾਨ ਜਥੇਬੰਦੀਆਂ ਕੋਲ ਇੱਕ ਦੇਣ ਲਈ ਕੰਮ ਹੋ ਜਾਏਗਾ ਜੋ ਨੌਜਵਾਨਾਂ ਨੂੰ ਕੰਮ ਦੇ ਸਕਣਗੇ, ਤੇ ਉਸ ਕੰਮ ਦੇ ਆਧਾਰ ਤੇ ਜਿਹੜਾ ਉਸ ਨੌਜਵਾਨ ਸ਼ਕਤੀ ਨੂੰ ਇੱਕ ਪਾਸੇ ਤਾਂ ਰੁੱਝਿਆ ਰੱਖਿਆ ਜਾਏਗਾ, ਉਸ ਨੂੰ ਵਰਤਿਆ ਜਾ ਸਕੇਗਾ। ਦੂਜਾ, ਉਹ ਨੌਜਵਾਨ ਸ਼ਕਤੀ ਜਿਹੜਾ ਉਹ ਕਿਸਾਨ ਅੰਦੋਲਨ ਦੀ ਸਫਲਤਾ ਵਾਸਤੇ, ਉਸ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੰਮ ਕਰ ਸਕੇਗੀ। ਤੇ ਕਰਨਾ ਸਭ ਕੁਝ ਹੈ ਕਿਸਾਨ ਜਥੇਬੰਦੀਆਂ ਨੇ, ਖਾਸ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ। ਹੁਣ ਵੇਖਣਾ ਹੋਵੇਗਾ ਕਿ ਇਸ ਟਰਾਲੀ ਦਾ ਟਰਾਲੀ ਚਲਾਈ ਮੁਹਿੰਮ ਦੇ ਵਿੱਚੋਂ ਨਿਕਲ ਰਹੇ ਕਨਕਲੂਜਨ ਤੇ ਕਿੰਨਾ ਕੁ ਅਮਲ ਕਰਦੀਆਂ ਨੇ ਕਿਸਾਨ ਜਥੇਬੰਦੀਆਂ।